ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਰਣਾ ਰਉ ਨ ਕੁਰਗੈ, ਰੰਗ ਨ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨ ਬੰਧੈ ਧੀਰ। ਰਾਮ ਗਇਓ ਰਾਵਣ ਗਇਓ, ਜਾਕੋ ਕਬੁ ਪਰਵਾਰ। ਕਬੁ ਨਾਨਕ ਤਿਰ ਕਛ ਨਹੀ, ਸੁਪਨੇ ਜੋ ਸੰਸਾਰ। चिंता ताकी कीजिए जो अनगुणी होए, ये मार्ग संसार को नानक थिर नगे कोए। परम सन्मान जो चवर तख्त छत्र दे मालक, रहमतां दे घर बख्शां दे दाते, दीन दुनिया दे रखियक, मुर्शद वली सांझी वालता नूं सांझा उपदेश करता, शब्द गुरु सिद्धांत गुरु साहिब सच्चे पातशाह धन धन श्री गुरु ग्रंथ साहिब महाराज जी मुबारक चरण छू प्राप्त कर रहे सतसंगी जनों, आप सारे ही माता जी की अंतिम अरदास विच शामिल होने के लिए साहिब सच्चे पातशाह धन गुरु ग्रंथ साहिब महाराज जी की चरण छू प्राप्त कर रहे। सो मैं अरंगता की ही बेनती कर दवा कि जेड़े शरीर बाहर अजाई बैठे कन जां गल्लां मार रहे, वो पंडाल विच सजन की कृपालता करन। जिन्ना को समा मिलिया उस समय में रहिंदियां करते भी अकाल पुरख की बात कर सकीए, मालक की गल कर सकीए। इसलिए बेनती है कि सतगुरां की पावन हजूरी विच आ करके विराजो, क्योंकि आप आए तो घरों इस करके भी असीं अंतिम अरदास में चले, पर मनोरथ कई बारी होर हुंदा है साडा। मनोरथ ही बना के उन्हें भी अंतिम अरदास चले शामिल होंगे। शामिल होने का मतलब होंदा भी उन्नी देर गुरु की हजूरी में बैठना, अरदास हुक्मनामे तो बाद उठ के घर में जाना। इसलिए आओ जिन्ना समा मिलिया करते की विचार कर सकीए, मालक की विचार कर सकीए। आप संगत बख्शो असीस बा अदब बा सत्कार साहिबां नूं झुकाओ शीश। बुलाओ फतेह। वाहिगुरू जी का खालसा, वाहिगुरू जी की फतेह। आप सारे ही माता अजमेर कौर उन्हां दी अंतिम अरदास में शामिल होने के लिए आए। उन्हां दे
ਹੋਣਹਾਰ ਪੁੱਤਰ ਗਣ ਅਮੀਰ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਇਹ ਸਾਰਾ ਪਰਿਵਾਰ, 2 ਬੱਚੀਆਂ ਸਨ ਉਹਨਾਂ ਦੀ। ਇਸ ਲਈ 5 ਸਤਿਗੁਰਾਂ ਨੇ ਪੁੱਤਰ ਅਤੇ ਧੀਆਂ ਦੀ ਦਾਤ ਮਾਤਾ ਜੀ ਨੂੰ ਬਖਸ਼ਿਸ਼ ਕੀਤੀ। ਮੌਤ ਦੇ ਕਨਸੈਪਟ ਉੱਪਰ ਬੜੀ ਵਾਰੀ ਵਿਚਾਰ ਕੀਤੀ ਹੈ, ਪਰ ਰਾਤੀ ਪੜ੍ਹਦਿਆਂ ਮਨ ਬਣਿਆ ਵੀ ਜਿਹੜਾ ਮਾਂ ਦਾ ਰੁਤਬਾ ਹੈ, ਕਿਉਂਕਿ ਮਾਤਾ ਹੈ ਨਾ, ਮਾਤਾ ਅਜਮੇਰ ਕੌਰ, ਮਾਂ ਦਾ ਜਿਹੜਾ ਰੁਤਬਾ ਹੈ ਉਹ ਕੀ ਹੈ। ਮਾਂ ਨੂੰ ਸਤਿਗੁਰਾਂ ਨੇ ਕਿੰਨੀ ਪ੍ਰਧਾਨਤਾ ਦਿੱਤੀ ਹੈ। ਔਰ ਮਾਂ ਸ਼ਬਦ ਬੋਲਣ ਵਿੱਚ ਭਾਵੇਂ ਕਿ ਬਹੁਤ ਛੋਟਾ ਜਿਹਾ ਸ਼ਬਦ ਹੈ ਮਾਂ, ਮੰਮਾ ਮੰਮੀ ਨੂੰ ਕੰਨਾ ਲੱਗਾ ਕਿ ਪ੍ਰਬਿੰਦੀ ਆਪਾਂ ਪੜ੍ਹਦੇ ਹਾਂ ਮਾਂ, ਪਰ ਛੋਟਾ ਜਿਹਾ ਸ਼ਬਦ ਬਹੁਤ ਕੁਝ ਆਪਣੇ ਅੰਦਰ ਲੁਕੋ ਕੇ ਬੈਠਾ ਹੈ। ਯਾਦ ਰੱਖਣਾ, ਭਾਵੇਂ ਕਿ ਮਾਤਾ ਤੇ ਪਿਤਾ ਦੇ ਸੁਮੇਲ ਤੋਂ ਬੰਦੇ ਦੀ ਉਪਜ ਹੈ, ਪੈਦਾਇਸ਼ ਹੈ, ਕਿਉਂਕਿ ਰੱਬੀ ਬਾਣੀ ਕਹਿੰਦੀ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਦੋਵਾਂ ਦੇ ਸੁਮੇਲ ਤੋਂ ਸੰਸਾਰ ਦੀ ਧਰਤੀ ਦੇ ਉੱਪਰ ਬੱਚਾ ਆਉਂਦਾ ਹੈ। ਪਰ ਯਾਦ ਰੱਖਿਓ, ਸਭ ਤੋਂ ਪਹਿਲਾਂ ਜਿਹੜੀ ਸਾਂਝ ਪੈਂਦੀ ਹੈ ਇਸ ਮਾਸ ਦੇ ਟੁਕੜੇ ਨਾਲ, ਉਹ ਮਾਂ ਦੀ ਪੈਂਦੀ, ਕਿਉਂਕਿ ਜਿਸ ਸਮੇਂ ਮਾਤਾ ਦੇ ਉਦਰ ਅੰਦਰ ਉਹ ਮਾਸ ਦਾ ਟੁਕੜਾ ਪਲਦਾ ਹੁੰਦਾ ਹੈ, ਕਰਤਾਰ ਉਹਦੀ ਰੂਪ ਰੇਖਾ ਬਣਾਉਂਦਾ ਹੈ। ਕਰਤਾਰ ਉਸ ਨੂੰ ਮਾਤਾ ਦੇ ਉਦਰ ਅੰਦਰ ਕੀ ਸਜਦਾ ਤੇ ਸਵਾਰਦਾ ਹੈ। ਲੋਕਾਂ ਨਾਲ ਸਾਂਝ ਬੜੀ ਬਾਅਦ ਚ ਪੈਂਦੀ ਹੈ, ਲੋਕਾਂ ਦੇ ਨਾਲ ਸਾਂਝ ਬੜੀ ਬਾਅਦ ਚ ਹੀ ਹੈ, ਉਹ ਵੀ ਜ਼ਿਕਰ ਕਰਾਂਗੇ ਰੱਬੀ ਬਾਣੀ ਦੇ ਅੰਦਰ। ਪਰ ਸਭ ਤੋਂ ਪਹਿਲਾਂ ਜਿਹੜੀ ਸਾਂਝ ਹੈ ਉਹ ਮਾਂ ਦੀ ਹੈ। ਜਿਸ ਸਮੇਂ ਮਾਤਾ ਦੇ ਉਦਰ ਅੰਦਰ ਉਹ ਮਾਸ ਦਾ ਟੁਕੜਾ ਪਲਦਾ ਹੈ, ਕਰਤਾਰ ਕਿਰਪਾ ਕਰਕੇ ਹੌਲੀ ਹੌਲੀ ਉਹਨੂੰ ਫਿਰ ਅੰਗ ਲਾਉਂਦਾ, ਉਹਨੂੰ ਸ਼ਿੰਗਾਰਦਾ, ਉਹਨੂੰ ਬਣਾਉਂਦਾ ਹੈ। ਕਿੱਥੇ ਬਣਾਉਂਦਾ ਜੀ? ਮਾਤਾ ਦੇ ਉਦਰ ਅੰਦਰ ਬਣਾਉਂਦਾ ਹੈ। ਇਸ ਲਈ ਬੱਚੇ ਦੇ ਨਾਲ ਆਪਾਂ ਕਹਿੰਦੇ ਹਾਂ ਵੀ ਮਾਂ ਦੀ ਜਿਹੜੀ ਸਾਂਝ ਹੈ ਆਪਣੇ ਪੁੱਤਰਾਂ ਨਾਲ, ਧੀਆਂ ਨਾਲ, ਅੰਤੜੀਆਂ ਦੀ ਸਾਂਝ ਹੁੰਦੀ ਹੈ। ਕਿਉਂ ਕਹਿੰਦੇ ਹਾਂ ਅੰਤੜੀਆਂ ਦੀ ਸਾਂਝ? ਕਿਉਂਕਿ ਉਹਨੇ ਰੱਬ ਦੀ ਕਿਰਪਾ ਤੋਂ ਬਾਅਦ ਉਸ ਮਾਂ ਨੇ ਉਸ ਟੁਕੜੇ ਨੂੰ ਸੰਭਾਲਿਆ ਹੈ, ਪਾਲਿਆ ਹੈ, ਅੰਦਰ ਆਪਣੇ ਸਭ ਕੁਝ ਉਹਨੇ ਸਹਿਆ ਹੈ, ਉਹ ਪੀੜਾ ਸਹੀਆਂ ਨੇ। ਤੇ ਆਪਾਂ ਵੀ ਵੇਖਦੇ ਹਾਂ ਵੀ ਜਦੋਂ ਬੱਚਾ ਮਾਤਾ ਦੇ ਉਦਰ ਅੰਦਰ ਪਲਦਾ ਹੁੰਦਾ ਤੇ ਜਿਉਂ ਉਹਦਾ ਸਰੀਰ ਪਲੀ ਫੁੱਲਤ ਹੁੰਦਾ, ਫਿਰ ਉਹ ਲੱਤਾਂ ਵੀ ਮਾਰਦਾ, ਉਹ ਸਭ ਕੁਝ ਕਿਹਨੂੰ ਝੱਲਣਾ ਪੈਂਦਾ? ਮਾਂ ਨੂੰ ਝੱਲਣਾ ਪੈਂਦਾ। ਉਹ ਪੀੜਾ ਮਾਂ ਝੱਲਦੀ ਹੈ, ਉਹ ਦਰਦ ਮਾਂ ਝੱਲਦਾ, ਪਿਓ ਉਹ ਦਰਦ ਨਹੀਂ ਝੱਲਦਾ। ਇਸ ਲਈ ਮਾਤਾ ਦੀਆਂ ਅੰਤੜੀਆਂ ਦੇ ਨਾਲ ਪਿਆਰ ਹੋਣ ਦਾ ਅਸਲ ਕਾਰਨ ਇਹ ਹੈ ਕਿ ਮਾਂ ਨੇ ਰੱਬ ਤੋਂ ਬਾਅਦ ਉਸ ਟੁਕੜੇ ਦੀ ਸੰਭਾਲ ਕੀਤੀ ਹੈ। ਤਾਂ ਕਰਕੇ ਕਿਸੇ ਅਦੀਬ ਨੇ ਬਾਤ ਕਹੀ ਹੈ, ਉਹ ਕਹਿੰਦਾ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤੇ ਰੱਬ ਦਾ ਰੂਪ ਹੈ ਦੂਜਾ। ਇਸ ਕਰਕੇ ਜਿਨ੍ਹਾਂ ਨੇ ਮਾਂ ਦੀ ਪੂਜਾ ਕੀਤੀ ਨਾ ਜੀ, ਉਹ ਮਾਨੋ ਕਿ ਉਹਨਾਂ ਨੇ ਰੱਬ ਦੀ ਪੂਜਾ ਕਰ ਲਈ। ਪਰ ਜਿਨ੍ਹਾਂ ਨੇ ਮਾਂ ਦੀ ਪੂਜਾ ਨਹੀਂ ਕੀਤੀ, ਆਪਣੇ ਮਾਂ ਪਿਓ ਨੂੰ ਤੇ ਅਗਲਾ ਪੁੱਛਦਾ ਨਹੀਂ, ਤੇ ਗੁਰਦੁਆਰੇ ਜਾ ਕੇ ਝਾੜੂ ਮਾਰਦਾ ਫਿਰਦਾ, ਆਪਣੀ ਮਾਂ ਨੂੰ ਪੁੱਛਦਾ ਨਹੀਂ ਅਗਲਾ। ਹੋਰ ਕਿਤੇ ਮੰਦਰ ਮਸਜਿਦ 'ਚ ਜਾ ਕੇ ਅਗਲਾ ਕਹਿੰਦਾ ਵੀ ਮੈਂ ਆਹ ਸੇਵਾ ਕਰਦਾ, ਕੰਮ ਕਰਦਾ, ਇਹਦਾ ਮਤਲਬ ਉਹਦੀ ਸੇਵਾ ਕਿਸੇ ਅਰਥ ਨਹੀਂ। ਜੇ ਰੱਬ ਵਰਗੀ ਮਾਂ ਦੀ ਸੇਵਾ ਨਹੀਂ ਕੀਤੀ, ਰੱਬ ਵਰਗੇ ਪਿਓ ਦੀ ਸੇਵਾ ਨਹੀਂ ਕੀਤੀ, ਤੇ ਫਿਰ ਉਹ ਸੇਵਾ ਕਿਸੇ ਅਰਥ ਨਹੀਂ ਹੈ। ਸਭ ਤੋਂ ਵੱਡਾ ਸੇਵਾ ਦਾ ਫਲ ਹੈ ਕਿ ਅਸੀਂ ਆਪਣੇ ਮਾਂ ਪਿਓ ਦੀ ਸੇਵਾ ਕਰੀਏ, ਕਿਉਂਕਿ ਜਿਸ ਮਾਂ ਨੇ 9 ਮਹੀਨੇ ਆਪਣੇ ਪੇਟ 'ਚ ਰੱਖ ਕੇ ਪਾਲਿਆ, ਜਿਸ ਮਾਂ ਨੇ ਉਧਰ ਆਪਣੇ ਹਿਰਦੇ ਰੂਪੀ ਅੰਦਰ ਘਰ ਵਿੱਚ ਰੱਖ ਕੇ ਤੇਰੀ ਪਾਲਣਾ ਕੀਤੀ, ਪਾਲਣਾ ਕਰਨ ਵਾਲਾ ਭਾਵੇਂ ਕੀ ਪਰਮੇਸ਼ਰ ਹੈ, ਪਰ ਜਨਮ ਦੇਣ ਦੇ ਲਈ ਉਹਨੇ ਜੇ ਚੁਣਿਆ ਹੈ ਤੇ ਮਾਂ ਨੂੰ ਚੁਣਿਆ ਜਨਮ ਦੇਣ ਲਈ। ਜੇ ਰੱਬ ਨੇ ਚੁਣਿਆ ਤੇ ਮਾਂ ਨੂੰ ਚੁਣਿਆ ਹੈ, ਦੱਸੋ ਹਾਂ ਕਿਸੇ ਹੋਰ ਜਾਮੇ ਤੋਂ ਪੈਦਾਇਸ਼ ਹੁੰਦੀ ਹੈ? ਨਹੀਂ।
सिर्फ मां तो हुंदी है। मां भावें कि जीव आत्मा जीव दी है, भाव कि मनुखा देही दी है, भावें जानवर दी है, भावें जानवरां दी है। इसलिए जिन्नी भी पैदाइश है वो मां तो गए, तां करके मां का रुतबा जिहड़ा है वो रब वर्गा समझिया जाता है। मां का जिहड़ा रुतबा दिता ना वो रब की तुलना दी है, रब नाल तुलना की है मां की। तां क्या भी मां की पूजा जिहड़ा करदा है वो मानो रब की पूजा करदा। इसलिए जदों आपां पढ़दे का तो मिलता है कि मां वाकिया कि 9 महीने अपने पेट अंदर रखती बच्चे पालती है, वो पीड़ा सहती है। वो पीड़ा प्यो नहीं सहता, वो मां सहती है। फिर जन्म की प्रसूत की जिहड़ी पीड़ा है उस मां नूं पता है, जिहड़ी मां अपने उपर चलती है। फिर उस तो बाद मां ओदी पालना पोषणा करती है। जिस समय पालना पोषणा करती है उस समय मां की करती है, रात नूं सौंदा जदों बच्चा का मूत्र कर देंदा है, मली मूत्र करता है, तो मां उन्होंने चुक के आप गिले ते पैंदी है तो उन्होंने सुके ते पाउंदी है। वो नहीं कहती भी रात नूं मेरा पुत्र जिहड़ा बिलकदा रहे, भी जे दे कपड़े गिले हो गए तो सारी रात सोवेगा नहीं टिकाना। आप भावें सारी रात ना सोवें, आप भावें सारी रात ना सोवें मां, पर सारी रात अपने पुत्र नूं कालजे नाल ला के रखदी। मां अपने पुत्र नूं बहुत प्यार करदी, इसलिए गिले ते आप सौ जाती है ते सुके उपर अपने पुत्र नूं पाउंदी है। फिर ज्यों ज्यों वड्डा हुंदा है त्यों त्यों ओदी परवरिश करदी है। सब तो वध प्यार मां करदी है। रबी बाणी दे अंदर बकायदा जिक्र है, कहते जे अत क्रोध करे को धाया, जननी चीत ना रख समाया। कहते जिन्ने भी मर्जी पुत्र जिहड़ा का पाप करे, ऐबी होवे, शराबी होवे, झगड़ालू होवे, दुनिया ते समाज दे अंदर जिद्दां मर्जी जीवन बतीत करदा होवे, लोग कहणगे तेरा पुत्र जिहड़ा का इदां करदा है, तेरा पुत्र लड़ाइयां करदा है, तेरा पुत्र नशा करदा है, तेरा पुत्र जिहड़ा कि झगड़ालू है, तेरा पुत्र संसार दे अंदर रहन वाला नहीं, किसी नाल ला के नहीं खा सकता। भावें जिद्दां दियां मर्जी लोग जिहड़े कन ताने देंदे रहन, पर मां कहंदी कि मेरा पुत्र है। मां की कहंदी है? मेरा पुत्र है। कहंदे लखां ताने दिते जांदे ने समाज वल्लों, पर मां अपने पुत्र दे तानियां नूं चितारदी नहीं, अपने सीने नाल ला करके उहदे लखां की पाप माफ कर देंदी। लखां की पाप मां माफ कर देंदी। जे अत क्रोध करे को धाया, जननी चीत ना रख समाया। मां अपने हिरदे रूपी घर चों अपने पुत्र दे प्रति सुने हुए तानियां नूं एक खिण च ही विसार देंदी। लोकी जो कहंदे कन कही जा, मेरा ते जिगर दा टुकड़ा है, मेरा ते प्यारा पुत्र है। इसलिए मां वर्गा जिहड़ा रुतबा है वो किसी कोल नहीं। मां वर्गा जिगरा जिहड़ा वो किसी कोल नहीं। अदीब एक कहंदा है भी रब ने ऐसी कृपा की है, रब ने ऐसी कृपा की कि अपना दूजा रूप जिहड़ा है उस रब ने रुतबा पैदा किया। रुतबा मां दा रब वर्गा, जिहड़ा मां दा रुतबा रब वर्गा। ते कहंदे इहदा संसार ते सानी कोई नहीं। संसार की धरती ते मां दे रुतबे वर्गा कोई सानी नहीं, कोई होर कोई उहदा सानी नहीं। दर्दी नहीं है मां दे दिल वर्गा, मां वांगू करदा कोई प्यार नहीं। कहंदे कि मां नूं जिहड़ा दर्द हुंदा वो किसी होर नूं नहीं हुंदा। भावें लख चाचियां ताइयां होण, भावें लख मामियां मामे होण, भावें लख मासियां मासड़ होण, पर याद रखियो जो दर्द मां नूं हुंदा है वो दर्द चाची ताए जां ताइयां चाचियां नूं जां मामे मामियां नूं, मासियां मासड़ां नूं दर्द नहीं हुंदा जिहड़ा दर्द एक मां नूं हुंदा। तां करके कहंदे कन रब वर्गा रुतबा दिता उस मां नूं, रुतबा रब वर्गा कै मां दा संसार दी धरती ते। ओ दीप कहंदा कि दर्दी कोई नहीं मां दे दिल वर्गा,
मां वांगू करदा प्यार कोई नहीं, जिस दे कथ उपर होवे हथ मां दा, ओदी दो जखाना च खार कोई। कहंदे जिहदी मां दा कद अपने पुत्र दे सिर ते होवे ना, वो दो जखाना च भी खारदा नहीं है कदी। जिंदगी तो, फलसफे तो, मकसद तो, संसार की धरती ते विचरदियां कदी भी वो खारदा नहीं, क्योंकि जिहदे सिर दे उपर मां दा खत हुंदा, जिहदे सिर दे उत्ते होवे हथ मां दा, वो दो जगाना च खारदा नहीं। इसलिए मां जिहड़ा शब्द है, जां मां की एडी वड्डी कृपा है कि वो बचपन तो लैके वड्डे होण तक अपने पुत्रां नूं पाल दिता, परवरिश कर दिता। आप सुके आप गिले ते सौंदी है, ते पुत्रां नूं अपणिआं नूं सुके ते पाउंदी है। फिर मां का जिहड़ा रुतबा है वाकिया तां ये गल कही, पवन गुरु पानी पिता माता धरत महत, धरती वर्गा रुतबा क्यों दिता? जां मां नूं धरती नूं मां क्यों कहा, जां मां नूं धरती क्यों कहा? क्योंकि जिवें धरती नूं को खोदा कोई चंदन लेप, जिवें धरती नूं कोई खोददा है कोई चंदन का लेप करदा है, पर धरती ने खोदण वाले नूं, हल चलाउण वाले नूं, हैरो नाल वाहण वाले नूं, कल्ट्रीब्यूटर नाल वाहण वाले नूं कदी धरती ने बाह फड़ के बात नहीं कही कि तू मेरी हिक क्यों पाड़दा, कदी क्या धरती ने नहीं किया। दूजे पासे पूजा करन वाले चंदन का लेप करदे, धरती करदे हैं ना, चंदन का लेप करके फिर उहदे उपर वो जला करके अगन कुंड ते फिर पूजा करदे। इस करके कहते आ धरती नूं कोई खोदी जावे, कोई चंदन का लेप करे, चंदन के लेप करन नाल धरती ने आखना नहीं भी मेरी शोभा वड्डी होवे, ते उहनूं खोदण वाले नूं उहने कहना नहीं तू मेरी हिक छाती क्यों पाड़ी। एक ही गल है, मां भी इस तरीके दी, एक पुत्र भावें अपनी मां नूं गाली गलोच करदा है, थप्पड़ तक मारन तक जाना, एक पुत्र अपनी मां नूं गाली गलोच करदा है, थप्पड़ तक मारन जांदा है, बुरा भला कहंदा है, पर दूजा पुत्र उस मां नूं अपनी हिक नाल लाउंदा है, प्यार करदा है भी तू सानूं जन्म दिता, तू सानूं पाल पोस के वड्डा कीता। पर मां दा जिहड़ा जिहन है वो ये नहीं कहंदी भी एक पुत्र मैनूं प्यार करदा ते मैं उहदे नाल ही प्यार करां, नहीं। जिहड़ा उहनूं गालां कढदा है, जिहड़ा उहनूं बुरा कहंदा है, जिहड़ा उहनूं मारदा कुटदा है, उस मां नूं वो पुत्र भी उन्ना प्यारा, उस मां नूं वो पुत्र भी उन्ना प्यारा है। लोकी कहंदे गणे गंदा है, माड़ा है, तैनूं कुटदा मारदा, तैनूं गाली गलोच करदा, तू फिर इहनूं चुम के छाती नाल लानी, तू फिर इहनूं प्यार करदी है। वो कहंदी है भी मेरे पुत्र जिवें मर्जी ने पर मैनूं इक्को जे ने। एक गल होर वेखिओ, 3-4 पुत्र होण, उन्हां विचों एक अपाहज होवे, काम कार ना करदा, कोई अंग मरिया होवे, नकारा होवे, जदों घर विच मां रोटी परोसदी है, थाली विच पाउंदी, जिहड़ी सब्जी उहने घर विच बनाई है उही उहनूं भी देनी है, जिहड़ा नखट्टू है, काम नहीं करदा जां नकारा है। ये नहीं है भी जिहड़े 3 पुत्र काम करदे ने उहनूं रोटी होर दवेगी ते दूजे नूं होर दवेगी, नहीं। उन्हें थाली विच उही रोटी उहनूं परोस के देनी जिहड़ा कामा पुत्र है, ते उन्हें थाली विच रोटी परोस के उहनूं भी देनी है जिहड़ा नकारा। इस करके धरती नूं ते मां नूं इक्को जिहा क्या है, जिवें धरती कोई रोस प्रगट नहीं करती, ये तां मां भी कोई रोस प्रगट नहीं करती। जिवें धरती नूं एक बी दिता जांदा ते धरती उहदा 1000 गुणा वध सानूं बी दिंदी है, इदां ही है ना। सरों का एक बीज बूझदे हो ते जदन सरों वड्डदे उहनूं किन्ने बीज लगे हुंदे आ, फलियां दे विच किन्ने बीज ने कभी काउंट करके वेखिओ, भी दिता तो इक्को ही सी ना धरती नूं, पर धरती ने 10 गुणा करके दिता। इस तरह मां जिहड़ी है वो धरती की तरह है, उन्होंने कोई एक दिंदा है तो मां 10 गुणा करके देंदी। मां कभी भी फर्क नहीं रखती, मां जिहड़ी है कभी भी कोई फर्क नहीं रखती, ते अपने पुत्रां नूं इस कदर इस तरीके नाल प्यार करदी है, बड़ा लाड लडाउंदी है, पुत्र जिद्दां दा मर्जी निकले। इस करके मां का रुतबा बहुत वड्डा है। बाणी के अंदर सतगुरां ने बकायदा जिक्र किया, जिन्हां दियां मावां दियां कुखां तो भगत जन पैदा होए,
संत जन पैदा होए, उन्हां मावां नूं रबी बाणी विच धन भी किया। की क्या रबी बाणी च? साहब कहंदे तिन धन जने दी माओ आए सबल से। कहंदे वो मावां धन हन जिन्हां दी कुख तो भगत जन पैदा होए, जिन्हां दी कुख तो संत पैदा होए, सूरमे पैदा होए, योधे पैदा होए, सूरवीर पैदा होए। इस करके वो विद्वान चंगे चंगे विग्यानी पैदा होए, वड्डे वड्डे रुतबियां ते गए। वो मावां नूं धन किया गया। तिन धन जने दी माओ आए सबल से, जिन्हां दी कुख तो भगत पैदा होए, जिन्हां दी कुख तो संत पैदा होए। इसलिए साहब सच्चे पातशाह जी की रबी बाणी विच क्या, धन जननी जन जाया, धन पिता प्रधान। जिन्हां दी कुख तो गुरु साहबानां दा जन्म होया, वो मां नूं धन गया है। दुनिया की जिन्नी भी आपां धर्म की फिलासफी नूं पढ़दे हां ते हरेक धर्म विच मां दा रुतबा सब तो उच्चा। भावें कि हिंदूइज़म के अंदर यह सी भी इस्त्री नूं बराबरता नहीं दी गई, पर जे वेखिया जाइए असल विच कोई भी बंदा कहंदा भी मैं बहुत वड्डा विद्वान हाँ, कोई बंदा कहंदा मैं बहुत वड्डा विग्यानी, बहुत वड्डा डॉक्टर का, बहुत वड्डे वड्डे रुतबियां ते पहुँच जाता है। पर जे असल विच वेखीए भी मूल की है, मूल की है, जिथों तेरी पैदाइश हुई है वो कौन है? वो माँ है जिस तो तेरी पैदाइश हुई है। इसलिए माँ सब तो पहला स्कूल है जी। जिहड़ी माँ है ना वो सब तो पहला स्कूल है। स्कूल तो पहला भी माँ का स्कूल है। माँ का स्कूल जिहड़ी ये सिखाती है कि वेख आ तेरे भैन भरा ने, आ तेरे तो वड्डे गण, इन्हां नूं सत श्री अकाल जां फतेह बुलाउणी है। जिंदगी के अहम नुकते जिहड़े ने वो मां सिखाउंदी है। जिंदगी विच विचरना मां सिखाउंदी है। कल्ले कल्ले पक्ष तो जाणू मां कराउंदी है। इस करके मां दा अपने पुत्र नाल बहुत ज़्यादा अंतरीवी अटरनल प्यार हुंदा है। तां करके पुत्र भावें देश तो बाहर किते होर विदेश विच बैठा होवे, जदों उहनूं दुख लगदा ते ओहदी पीड़ा उस मां नूं आके लगदी ते रात नूं सुत्तियां उठ जांदी है मां। पुत्र विदेश दुखी होवे, पुत्र विदेश विच होवे ते दुखी होवे किसी कारण करके, पर मां दियां आंदरां नूं उस समय धा पैंदी, खिच पैंदी है ते मां उठ के बह जांदी भी पता नहीं रब सुख रखे, जिहड़ा मेरा पुत्र है सलामत हो, जिहड़ा मेरा पुत्र है वो सही होवे। इस करके उठ करके अरदास बेनती करते दे अगे कर दी है। तां करके ना रबी बाणी के अंदर बड़ी बारी मां का जिक्र किया है। ये शब्द ने मां, माता, माए, अम्मी इदां दे शब्द रबी बाणी विच वरते आ ते वो प्रकरण अनुसार 100 वारी, 88 वारी, 99 वारी, 76 वारी ये शब्द जिहड़ा है मां आया प्रकरण अनुसार। जिवें मां, माता, माए, जिवें ये शब्द है ना, माता के उदर में प्रतिपाल करे सो क्यों मनो बसारिया, ये माता शब्द आया। तिन धन जने दी माए, मम्मे नूं कन्ना ईडी नूं सियारी वाला, ये माए शब्द आया है। इस तरह अलग अलग प्रकरण अनुसार जिहड़े शब्द आए ने मां के प्रति 100 वारी, 99 वारी, 88 वारी, 76 वारी गुरु ग्रंथ साहिब महाराज जी के अंदर ये शब्द आएगा अलग अलग प्रकरण विच। ते इसलिए मां शब्द जिहड़ा ना बड़ा उच्चा गिणिया गया, मन्निया गया, क्योंकि मां तो ही पैदाइश है कुल जहान की, कुल दुनिया की। जिथे भी वेखोगे जे पैदाइश होएगी तो मां तो होएगी। तो फिर मां का यह बिरध है। मां भावें अपने पुत्रां तो दूर क्यों ना हो, मां भावें अपने पुत्रां तो दूर क्यों ना हो। ये जानवर की उदाहरण लैके सतगुरां ने समझाया, एक पंछी की उदाहरण लैके की कहते साहिबा, हर रोज़ सोदर के अंदर पढ़ते हाँ, ऊडे ऊड आवै सै कोसा तिस पाशै बचरे शरिया। की कहती मां, तिन कमन खिलावै कमन चुगावै मन में सिमरन करिया। मां अपने बच्चों का सिमरन कर दी है। जिहड़ी विदेश तो उठ के आई है, जो बर्फ पैन लग जाती प्रवासी पंछी इधर आ जाते हैं। जो उधर बर्फ पैन लग जाती है प्रवासी पंछी उड़ के इधर आ जाते। इतने कूच का जिक्र किया है सतगुरा, कहते ऊडै ऊड आवै सै कोसा तिस पाछै बचरे शरिया। की सिमरन कर दी, तिन कमन खिलावै
ਮੇਰੇ ਪੁੱਤਰ ਨੂੰ ਕੌਣ ਖਵਾਉਂਦਾ ਹੋਵੇਗਾ, ਮੇਰੇ ਛੋਟੇ ਛੋਟੇ ਪੋਟਾਂ ਨੂੰ ਕੌਣ ਖਵਾਉਂਦਾ ਹੋਵੇਗਾ, ਕੌਣ ਉਹਨਾਂ ਦੇ ਮੂੰਹ ਦੇ ਵਿੱਚ ਰਿਜ਼ਕ ਪਾਉਂਦਾ ਹੋਵੇਗਾ। ਤੇ ਕਹਿੰਦੇ ਮਾਨੋ ਉਹਦੇ ਸਿਮਰਨ ਕਰਨ ਕਰਕੇ ਹੀ ਕਰਤਾਰ ਫਿਰ ਕੀ ਕਰਦਾ, ਊਡੇ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਨ ਖਿਲਾਵੈ ਕਮਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕਹਿੰਦੇ ਉਹ ਮਨ ਵਿੱਚ ਸਿਮਰਨ ਕਰਦੀ ਮਾਂ, ਤੇ ਮਨ ਵਿੱਚ ਸਿਮਰਨ ਕਰਨ ਕਰਕੇ ਫਿਰ ਰੱਬ ਕੀ ਕਰਦਾ, ਆਪ ਆਪਣੀਆਂ ਤਲੀਆਂ ਦੇ ਉੱਪਰ ਰੱਖ ਕੇ ਉਹਨਾਂ ਪੋਟਾਂ ਦੇ ਮੂੰਹ ਵਿੱਚ ਚੋਗ ਪਾਉਂਦਾ। ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਨ ਖਿਲਾਵੈ ਕਮਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਠਾਕੁਰ ਨੇ, ਕਰ ਦਾ ਮਤਲਬ ਹੁੰਦਾ ਹੱਥ, ਆਪਣੇ ਹੱਥ ਦੀਆਂ ਤਲੀਆਂ ਤੇ, ਕਰ ਤਲ, ਤਲ ਦਾ ਮਤਲਬ ਤਲੀਆਂ ਤੇ, ਠਾਕੁਰ ਆਪਣੇ ਹੱਥ ਦੀਆਂ ਤਲੀਆਂ ਤੇ ਚੋਗ ਧਰ ਕੇ ਉਹਨਾਂ ਪੋਟਾਂ ਦੇ ਮੂੰਹ ਵਿੱਚ ਪਾਉਂਦਾ, ਉਹਨਾਂ ਦੇ ਮੂੰਹ ਵਿੱਚ ਪਾਉਂਦਾ ਹੈ। ਕਾਹਦੇ ਲਈ? ਕਿਉਂਕਿ ਮਾਂ ਸਿਮਰਨ ਕਰਦੀ ਹੈ। ਮਾਂ ਜਿਹੜੀ ਹੈ ਸਿਮਰਨ ਕਰਦੀ, ਰੋਟੀ ਖਵਾਉਂਦਾ ਉਹ ਹੈ, ਭਾਵੇਂ ਦੇਣ ਵਾਲਾ ਵੀ ਹੋਏ ਤੂੰ ਤਾਂ ਤੇ ਉਹਨੂੰ ਕਿਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਕੀ ਪ੍ਰਤਪਾਲੋ ਕਮ ਬਾਰਕ ਤੁਮਰੇ ਤਾਰੇ। ਇਸ ਲਈ ਕਹਿੰਦੇ ਆ ਮਾਂ ਸਿਮਰਨ ਕਰਦੀ ਏ ਤੇ ਰੱਬ ਆਪਣੀਆਂ ਤਲੀਆਂ ਤੇ ਚੋਗ ਰੱਖ ਕੇ ਉਹਨਾਂ ਦੇ ਮੂੰਹ ਵਿੱਚ ਪਾਉਂਦਾ। ਮਾਂ ਬਹੁਤ ਵੱਡਾ ਰੁਤਬਾ ਹੈ। ਇੱਕ ਸਾਖੀ ਹੈ, ਕਹਿੰਦੇ ਵੀ ਬਚਪਨ ਦੇ ਅੰਦਰ ਬੱਚਾ ਸੀ ਛੋਟਾ, ਤੇ ਉਹਦੀ ਮਾਂ ਦੀ ਇੱਕ ਅੱਖ ਨਹੀਂ ਸੀ, ਉਸ ਮਾਂ ਦੀ ਇੱਕ ਅੱਖ ਨਹੀਂ ਸੀ। ਤੇ ਸਕੂਲ ਵਿੱਚ ਜਦੋਂ ਉਹਦੀ ਮਾਂ ਜਾਂਦੀ ਸੀ ਤੇ ਉਹ ਉਹਨੂੰ ਝਿੜਕਦਾ ਸੀ ਵੀ ਤੂੰ ਸਕੂਲ ਨਾ ਜਾਇਆ, ਸਕੂਲ ਵਿੱਚ ਨਾ ਜਾਇਆ, ਤੇਰੇ ਵੱਲ ਵੇਖ ਕੇ ਨਾ ਬੱਚੇ ਮੈਨੂੰ ਮਜ਼ਾਕ ਕਰਦੇ ਆ, ਮੈਨੂੰ ਮਜ਼ਾਕ ਕਰਦੇ, ਪੁੱਠੇ ਸਿੱਧੇ ਮੇਰੇ ਨਾਂ ਰੱਖਦੇ ਆ ਵੀ ਤੇਰੀ ਅੱਖ ਨਹੀਂ ਹੈਗੀ, ਤੂੰ ਡਰਾਵਨੀ ਹੈ। ਇਸ ਕਰਕੇ ਤੇ ਕਹਿੰਦੇ ਆ ਸਕੂਲ ਦੇ ਅੰਦਰ ਕੋਈ ਫੰਕਸ਼ਨ ਸੀ ਤੇ ਜਿੱਥੇ ਦੂਜਿਆਂ ਦੀਆਂ ਮਾਵਾਂ ਗਈਆਂ ਉਹ ਮਾਂ ਵੀ ਚਲੀ ਗਈ। ਹੁਣ ਜਦੋਂ ਮਾਂ ਗਈ ਉਹਨੂੰ ਵੇਖ ਕੇ ਉਹਨੇ ਬੜਾ ਗੁੱਸਾ ਕੀਤਾ ਆਪਣੇ ਮਨ 'ਚ। ਘਰ ਆਇਆ ਤੇ ਇੱਥੋਂ ਤੱਕ ਕਹਿੰਦੇ ਵੀ ਉਹ ਆਪ ਲਿਖਦਾ, ਆਪਣੇ ਕੱਤੀ ਲਿਖਦਾ ਉਹ ਚਿੱਠੀ ਦੇ ਵਿੱਚ, ਕਹਿੰਦਾ ਵੀ ਘਰ ਆ ਕੇ ਮੈਂ ਨਾਲੇ ਤੇ ਗਾਲੀ ਗਲੋਚ ਕੀਤਾ ਤੇ ਨਾਲੇ ਆਪਣੀ ਮਾਂ ਨੂੰ ਥੱਪੜ ਤੱਕ ਕੱਢ ਕੇ ਮਾਰਿਆ, ਥੱਪੜ ਤੱਕ ਮਾਰਿਆ। ਇਹ ਗੱਲ ਕਹੀ ਵੀ ਅੱਜ ਤੋਂ ਬਾਅਦ ਤੂੰ ਮੇਰੇ ਸਕੂਲ 'ਚ ਨਾ ਵੜੀ, ਕਿਉਂਕਿ ਤੂੰ ਜਾਣੀ ਹੈ ਤੇ ਬੱਚੇ ਜਿਹੜੇ ਨੇ ਉਹ ਮੈਨੂੰ ਮਜ਼ਾਕ ਕਰਦੇ ਤਾਂ, ਬੁਰਾ ਭਲਾ ਕਹਿੰਦੇ ਤਾਂ, ਮਾੜਾ ਕਹਿੰਦੇ ਤਾਂ। ਕਹਿੰਦੇ ਚਲੋ ਟਾਈਮ ਲੰਘਿਆ, ਉਹਨੇ ਕਿਹਾ ਵੀ ਠੀਕ ਹੈ ਪੁੱਤ ਮੈਂ ਨਹੀਂ ਜਾਂਦੀ। ਸਕੂਲ ਤੋਂ ਕਾਲਜ ਚਲਾ ਗਿਆ, ਕਾਲਜ ਤੋਂ ਪੜ੍ਹ ਲਿਖ ਕੇ ਤੇ ਕਿਤੇ ਉਹਦੀ ਜੌਬ ਲੱਗ ਗਈ ਦੂਰ, ਆਪਣੀ ਸਟੇਟ ਛੱਡ ਕੇ ਦੂਜੀ ਸਟੇਟ 'ਤੇ, ਉੱਥੇ ਜਾ ਕੇ ਰਹਿਣ ਲੱਗ ਪਿਆ। ਉਹ ਜਗ੍ਹਾ 'ਤੇ ਰਿਹਾ ਤੇ ਕਹਿੰਦਾ ਚਲੋ ਸ਼ੁਕਰ ਹੈ ਵੀ ਮਾਂ ਤੋਂ ਖਹਿੜਾ ਛੁੱਟਿਆ, ਮਾਂ ਤੋਂ ਖਹਿੜਾ ਛੁੱਟਿਆ ਵੀ ਮੇਰਾ ਖਹਿੜਾ ਨਹੀਂ ਸੀ ਛੱਡਦਾ। ਕਹਿੰਦੇ ਕਾਫੀ ਸਮਾਂ ਗੁਜ਼ਰਿਆ ਤੇ ਵਾਪਸ ਆਇਆ ਉਸ ਜਗ੍ਹਾ 'ਤੇ, ਕੋਈ 4-5 ਸਾਲ ਬਾਅਦ ਵਾਪਸ ਆਇਆ, ਆਪਣੀ ਮਾਂ ਨੂੰ ਮਿਲਿਆ ਤੇ ਮਾਂ ਨੂੰ ਮਿਲ ਕਰਕੇ ਕਹਿੰਦਾ ਵੀ ਸਤਿਗੁਰੂ ਦੀ ਕਿਰਪਾ ਦੇ ਸਦਕਾ ਨੌਕਰੀ ਲੱਗ ਗਈ ਹੈ, ਚੰਗਾ ਵਧੀਆ ਫਲੈਟ ਦਿੱਤਾ ਅਗਲਿਆਂ ਨੇ, ਵਧੀਆ ਕੋਠੀ ਦਿੱਤੀ ਹੈ, ਵਧੀਆ ਤਰੀਕੇ ਨਾਲ ਰਹਿ ਰਹੇ। ਤੇ ਮਾਂ ਜਿਹੜੀ ਏ ਉਹ ਫਿਰ ਵੀ ਕਹਿੰਦੀ ਹੈ ਕਰਤਾਰ ਦਾ ਮਾਲਕ ਦਾ ਸ਼ੁਕਰ ਕਰ, ਚੰਗੀਆਂ ਸੀਸਾਂ ਦਿੱਤੀਆਂ ਪੁੱਤਰ ਨੂੰ ਵੀ ਸਤਿਗੁਰੂ ਨੇ ਕਿਰਪਾ ਕੀਤੀ, ਤੇਰੇ ਰਹਿਮਤ ਵਰਤਾਈ। ਤੇ ਕਹਿੰਦੀ ਹੈ ਵੀ ਮੈਨੂੰ ਸਰਨਾਮਾ ਦੱਸ ਜਾ, ਲਿਖ ਕੇ ਦੱਸ ਜਾ ਐਡਰੈਸ, ਮੈਂ ਕਦੀ ਆ ਜਾਵਾਂਗੀ। ਉਹ ਕਹਿੰਦਾ ਮਸਾਂ ਤੇ ਤੇਰੇ ਤੋਂ ਖਹਿੜਾ ਛਡਾਇਆ, ਮਸਾਂ ਤੇਰੇ ਤੋਂ ਜਾਨ ਛਡਾਈਏ ਤੇ ਮੈਂ ਤੇ ਕਹਿੰਦਾ ਚੰਗਾ ਹੋਇਆ ਤੇਰੇ ਤੋਂ ਮੇਰਾ ਖਹਿੜਾ ਛੁੱਟਿਆ। ਜਿੱਧਰ ਜਿੱਧਰ ਜਾਨੀ ਸਾਂ ਮਗਰ ਮਗਰ ਤੁਰਦੀ ਸਾਂ, ਲੋਕ ਤੇਰੀ ਅੱਖ ਵੱਲ ਵੇਖ ਕੇ ਕੋਈ ਕਾਣੀ ਕਹਿੰਦਾ ਸੀ, ਕੋਈ ਕੁਝ ਕਹਿੰਦਾ ਸੀ, ਕੋਈ ਕੁਝ ਕਹਿੰਦਾ ਸੀ, ਉਹਦਾ ਪੁੱਤਰ। ਤੇ ਕਹਿੰਦਾ ਚੰਗਾ ਹੋਇਆ ਦਾ ਹੁਣ ਸਰਨਾਵਾ ਨਹੀਂ, ਹੁਣ ਕੁਝ ਨਹੀਂ, ਮੇਰੇ ਮਗਰ ਨਾ ਆਈ, ਬਸ ਤੈਨੂੰ ਮੈਂ ਜਿੱਦਣ ਜੀ ਕਰੇਗਾ ਮਿਲਣਾ ਆ ਜਾਇਆ ਕਰਾਂ। ਉਹ ਕਹਿੰਦੀ ਜਿੱਦਾਂ ਪੁੱਤਰ ਤੇਰੀ ਮਰਜ਼ੀ ਕਰ, ਤੂੰ ਵਸਦਾ ਰੋ, ਜਵਾਨੀਆਂ ਮਾਣੇ, ਆਨੰਦ ਲਵੇਂ ਆਪਣੀ ਜ਼ਿੰਦਗੀ ਦੇ ਅੰਦਰ, ਤੈਨੂੰ ਰੱਬ ਹੋਰ ਤਰੱਕੀਆਂ ਬਖਸ਼ੇ ਜਿੱਦਾਂ ਮਾਂ ਸੀਸ ਦਿੰਦੀ ਹੈ। ਹੁਣ ਉੱਥੋਂ ਚਲਾ ਗਿਆ, ਉਹਨੇ ਜਾ ਕੇ ਉੱਧਰ ਵਿਆਹ ਵੀ ਕਰਵਾ ਲਿਆ, ਬੱਚੇ ਵੀ ਹੋ ਗਏ। ਤੇ ਕਹਿੰਦੇ ਹਨ ਉਹਦਾ ਕੋਈ ਮਿੱਤਰ ਦੋਸਤ ਸੀ, ਉਹ ਨਗਰ ਵਿੱਚ ਆਇਆ ਤੇ ਉਹਦੀ ਮਾਂ ਨੇ ਪੁੱਛਿਆ ਵੀ ਮੇਰਾ ਪੁੱਤਰ, ਉਹ ਕਹਿੰਦਾ ਮੇਰੇ ਨਾਲ ਹੀ ਹੁੰਦਾ। ਉਹਨੇ ਕੋਠੀ ਨੰਬਰ ਸਾਰਾ ਐਡਰੈਸ ਡਰੂਸ ਲਿਖ ਕੇ ਦੇ ਦਿੱਤਾ ਮਾਂ ਨੂੰ
तो माँ दी आंदरा थोड़ा खलोंदियां मैं 10 साल हो गया अपने पुत्र नूं मिलिया, मैं उन्होंने वेख तो लवां अपनी अख